ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਆਪਦੀ ਅੱਜ ਦੀ ਪ੍ਰੈਜੈਂਟੇਸ਼ਨ ਦੀ ਸ਼ੁਰੂਆਤ ਸਰਦਾਰ ਕਪੂਰ ਸਿੰਘ ਵੱਲੋਂ ਇੱਕ ਜਿਹੜਾ ਕੁਐਸਚਨ 1978 ਦੇ ਵਿੱਚ ਅਕਾਲੀ ਦਲ ਤੋਂ ਪੁੱਛਿਆ ਗਿਆ ਸੀ, ਆਪਾਂ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ। ਪਰ ਮੈਂ ਇਹਨਾਂ ਕੋਲ ਪੁੱਛਣਾ ਹੈ ਕਿ ਅਸਲੀ ਮਤਾ ਜਿਹੜਾ ਇੱਕ ਮਤਾ ਬੁਨਿਆਦੀ ਮਤਾ ਮੂਲ ਮਤਾ ਸਿੱਖ ਜਿਸ ਕੁੜੀ ਫਸੇ ਹੋਏ ਹਨ, ਜਿਹੜੀ ਕੁੜੀ ਸਿੱਖਾਂ ਦਾ ਸਰਵਨਾਸ਼ ਕਰਨ ਦੇ ਸਮਰੱਥ ਹੈ, ਜਿਹੜੀ ਕੁੜੀ ਨੇ ਸਿੱਖਾਂ ਦੀ ਸਦੀ ਨੂੰ ਪੁੱਟ ਕੇ ਉਹਨਾਂ ਦਾ ਸਾਹ ਹੋਏ ਨੱਕ ਜਾਂਦਾ ਹੋਵੇ, ਉਸ ਕੁੜੀ ਤੋਂ ਛੁਟਕਾਰਾ ਪਾਉਣ ਲਈ ਤੁਹਾਡੇ ਕੋਲ ਕੋਈ ਚਾਲ, ਕੋਈ ਖਿਆਲ, ਕੋਈ ਮਤਾ ਹੈ? ਵਧੀਆ ਪ੍ਰਸ਼ਨ ਪੁੱਛ ਕੇ ਸਿੱਖ ਅੱਜ ਫਿਰ ਉਸੇ ਸਵਾਲ ਦਾ ਸਾਹਮਣਾ ਕਰਦੇ ਨੇ। ਸਰਦਾਰ ਕਪੂਰ ਸਿੰਘ ਕਿਹੜੀ ਕੁੜੀਕੀ ਦੀ ਗੱਲ ਕਰਦੇ ਨੇ? ਉਸ ਕੁੜੀਕੀ ਤੋਂ ਛੁਟਕਾਰਾ ਪਾਉਣ ਲਈ ਕੀ ਹੱਲ ਹੈ? ਇਸ ਕੁੜੀਕੀ ਤੋਂ ਬਚਣ ਦਾ ਇੱਕੋ ਇੱਕ ਹੱਲ ਫੈਡਰਲਿਜ਼ਮ ਜਾਂ ਸੰਘਵਾਦ ਨੂੰ ਮੰਨਿਆ ਜਾਂਦਾ ਹੈ। ਅੱਜ ਦੇ ਨੌਜਵਾਨ ਆਗੂ ਫੈਡਰਲਿਜ਼ਮ ਨੂੰ ਸਿੱਖਾਂ ਦੀ ਦੁਰਦਸ਼ਾ ਦਾ ਇੱਕੋ ਇੱਕ ਹੱਲ ਮੰਨਦੇ ਨੇ। ਅਨੰਦਪੁਰ ਸਾਹਿਬ ਦਾ ਮਤਾ ਕੀ ਹੈ? ਨੌਜਵਾਨਾਂ ਨੂੰ ਕਾਮਰੇਡ ਕਾਂਗਰਸ ਅਤੇ ਭਾਜਪਾ ਤੇ ਹੁਣ ਅਕਾਲੀ ਦਲ ਇਸ ਮਤੇ ਬਾਰੇ ਗੱਲ ਨਹੀਂ ਕਰਨ ਦਿੰਦੇ, ਕਿਉਂ? ਸਰਦਾਰ ਕਪੂਰ ਸਿੰਘ ਭਰਪੂਰ ਦੇ ਮੁਤਾਬਕ ਜੇਕਰ ਅਸੀਂ ਇਸ ਦਾ ਹੱਲ ਨਹੀਂ ਲੱਭਿਆ, ਇਸ ਕੁੜੀਕੀ ਦਾ ਹੱਲ ਨਹੀਂ ਲੱਭਿਆ, ਤਾਂ ਸਿੱਖਾਂ ਦੇ ਬੱਚੇ ਇਸ ਪਿੰਜਰੇ ਵਿੱਚ ਤੜਪ ਤੜਪ ਕੇ ਦਮ ਛੱਡਣਗੇ। ਸਾਡਾ ਸਭ ਕੁਝ ਦਾਅ 'ਤੇ ਲੱਗ ਚੁੱਕਾ ਹੈ। ਸਾਡੀ ਵਿਲੱਖਣਤਾ, ਇਤਿਹਾਸ, ਸਿੱਖ ਸਿਧਾਂਤ, ਰਵਾਇਤਾਂ ਤੇ ਹੁਣ ਸਾਡੀ ਖੇਤੀ, ਸਾਡੇ ਸਾਰਿਆਂ ਦਾ ਰੋਜ਼ਗਾਰ। ਸਾਡੇ ਨੌਜਵਾਨ ਆਗੂ ਇਸ ਦਾ ਹੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਦਾ ਪ੍ਰਚਾਰ ਕਰਦੇ ਹਨ। ਉਹ ਫੈਡਰਲਿਜ਼ਮ ਨੂੰ ਇੱਕੋ ਇੱਕ ਹੱਲ ਵਜੋਂ ਵੇਖਦੇ ਹਨ। ਅੱਜ ਆਪਾਂ ਫੈਡਰਲਿਜ਼ਮ ਸੰਘਵਾਦ ਕਿਸ ਨੂੰ ਕਹਿੰਦੇ ਹਨ ਤੇ ਇਹ ਕਿਵੇਂ ਕੰਮ ਕਰਦਾ ਹੈ ਜਾਂ ਇਹਦਾ ਇਤਿਹਾਸਿਕ ਪਿਛੋਕੜ ਦੇ ਬਾਰੇ ਆਪਾਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਕੁਝ ਆਪਾਂ ਟਰਮਨੋਲੋਜੀ ਦੇ ਵਿੱਚ ਕੁਝ ਟਰਮਸ ਨੂੰ ਸਮਝਣਾ। ਇਹ ਹੈ ਕਿ ਘੱਟ ਗਿਣਤੀ ਤੇ ਬਹੁ ਗਿਣਤੀ ਕੀ ਹੈ। ਹਰੇਕ ਦੇਸ਼ ਵਿੱਚ ਨਸਲ, ਧਰਮ, ਰੰਗ, ਭਾਸ਼ਾ ਜਾਂ ਕਿਸੇ ਹੋਰ ਕਾਰਨ ਕਰਕੇ ਘੱਟ ਗਿਣਤੀ ਤੇ ਬਹੁ ਗਿਣਤੀ ਹੁੰਦੀ ਹੈ। ਜਿਵੇਂ ਭਾਰਤ ਦੇ ਵਿੱਚ ਹਿੰਦੂ ਧਰਮ ਦੀ ਬਹੁ ਗਿਣਤੀ ਹੈ ਤੇ ਦੂਜੇ ਘੱਟ ਗਿਣਤੀ ਵਿੱਚ ਹਨ। ਇੱਕ ਦੂਸਰੀ ਟਰਮ ਹੈ ਕੇਂਦਰੀਕਰਨ। ਕੇਂਦਰੀਕਰਨ ਕੀ ਹੈ? ਇਹਦੇ ਵਿੱਚ ਕੇਂਦਰ ਦੇ ਹੱਥ ਸਾਰੀ ਪਾਵਰ ਹੁੰਦੀ ਹੈ ਤੇ ਸਟੇਟਸ ਦੇ ਜਾਂ ਜਿਹੜੀਆਂ ਛੋਟੀਆਂ ਘੱਟ ਗਿਣਤੀਆਂ ਨੇ ਉਹ ਇਹਦੇ ਵੱਲ ਹਰੇਕ ਫੈਸਲਾ ਲੈਣ ਲਈ ਇਹਦੇ ਵੱਲ ਵਹਿੰਦੇ ਆ। ਜਿਵੇਂ ਅੱਜ ਕਿਸਾਨ ਬੈਠਾ ਆ, ਉਹ ਕੇਂਦਰ ਦੇ ਵੱਲ ਜਿਹੜਾ ਕੁਛ ਵੀ ਫੈਸਲਾ ਲੈਣਗੇ ਉਹ ਇਹ ਕੇਂਦਰੀਕਰਨ ਆ। ਹੁਣ ਇੱਕ GST ਲਾਈ ਗਈ ਆ, ਇਹ ਵੀ ਸੈਂਟਰਲਾਈਜੇਸ਼ਨ ਆ ਕਿ ਸਾਰਾ ਟੈਕਸ ਸਰਕਾਰ ਕੋਲੇ ਜਾਣਾ, ਸੈਂਟਰ ਦੇ ਕੋਲੇ, ਉਹ ਰਾਜ ਸਰਕਾਰਾਂ ਨੂੰ ਦਊਗੀ। ਰਾਜ ਸਰਕਾਰਾਂ ਨੂੰ ਇਹਦੇ ਨਾਲ ਬਹੁਤ ਕਮਜ਼ੋਰ ਹੁੰਦੀਆਂ। ਰਾਜ ਸਰਕਾਰ ਕੋਲ ਪੈਸਾ ਹੈ ਨਹੀਂ ਤੇ ਉਹ ਕਿਵੇਂ ਕੰਮ ਕਰੂਗੀ? ਉਹ ਫਿਰ ਇਹ ਆਪਦੀਆਂ ਨੀਤੀਆਂ ਉਹਨਾਂ 'ਤੇ ਲਾਗੂ ਕਰਵਾਉਣਗੀਆਂ ਉਹਨਾਂ ਦੇ ਥਰੂ। ਇੱਕ ਹੈ ਰਾਸ਼ਟਰਵਾਦ। ਸਾਰਿਆਂ ਨੂੰ ਕਿਹਾ ਜਾਂਦਾ ਹੈ ਕਿ ਆਪਣਾ ਧਰਮ, ਬੋਲੀਆਂ ਜਾਂ ਹੋਰ ਵਿਲੱਖਣਤਾਵਾਂ ਨੂੰ ਛੱਡੋ, ਇਹ ਵੱਡੇ ਰਾਸ਼ਟਰ ਦੇ ਨਾਲ ਜੁੜੋ। ਇਹ ਘੱਟ ਗਿਣਤੀਆਂ ਇਹ ਜਿਹੜੀ ਧਾਰਨਾ ਇਹ ਘੱਟ ਗਿਣਤੀਆਂ ਲਈ ਬਹੁਤ ਖਤਰਨਾਕ ਹੈ। ਰਾਸ਼ਟਰਵਾਦ ਵਿੱਚ ਕੀ ਹੁੰਦਾ? ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈਏ, ਇੱਕ ਦੇਸ਼ ਹੋਊਗਾ, ਉਹਦੇ 'ਚ ਇੱਕੋ ਭਾਸ਼ਾ ਹੋਊਗੀ। ਹੁਣ ਮੰਨੋ ਕਿ ਉਹਦੀ ਭਾਸ਼ਾ ਕਿਹਦੀ ਹੋਊਗੀ? ਉਹ ਭਾਸ਼ਾ ਹੋਊਗੀ ਬਹੁ ਗਿਣਤੀ ਦੀ। ਜਿਵੇਂ ਹਿੰਦੂ ਰਾਸ਼ਟਰ ਹੈ, ਜਿਵੇਂ BJP ਵਾਲੇ, RSS ਵਾਲੇ ਹਿੰਦੂ ਰਾਸ਼ਟਰ ਬਣਾ ਰਹੇ ਨੇ। ਹਿੰਦੂ ਰਾਸ਼ਟਰ ਦੇ ਵਿੱਚ ਹਿੰਦੀ ਭਾਸ਼ਾ ਯੂਜ਼ ਕਰਨੀ ਹੈ। ਉਹ ਰਾਸ਼ਟਰਵਾਦ ਵੀ ਕੀ ਕਰੂਗਾ ਕਿ ਵੱਡਿਆਂ ਦੀ ਕਰੋ, ਜਿਹੜੀ ਵੱਡੀ ਕੌਮ ਆ, ਕੋਈ ਧਰਮ ਆ, ਜਿਹਦੀ ਵੀ ਉਹ ਚੀਜ਼ ਲਾਗੂ ਕਰੋ ਤੇ ਉਸੇ ਹਿਸਾਬ ਨਾਲ ਇਹ ਸਿੱਧਾ ਹਿੰਦੂ ਰਾਸ਼ਟਰ ਦੇ ਵੱਲ ਭੁਗਤਦਾ ਹੈ। ਸਾਡੇ ਭਗਤ ਸਿੰਘ ਵੀ ਸਿੱਖਾਂ ਨੂੰ ਇਸੇ ਕਰਕੇ ਕਹਿੰਦਾ ਕਿ ਹੁਣ ਅਸੀਂ ਰਾਸ਼ਟਰ ਬਣਾਉਣਾ ਤੇ ਸਿੱਖ ਆਪਦੀ ਗੁਰਮੁਖੀ ਲਿਪੀ ਛੱਡ ਕੇ ਦੇਵਨਾਗਰੀ ਲਿਪੀ ਦੇ ਨਾਲ ਲੱਗਣ। ਇਸ ਰਾਸ਼ਟਰਵਾਦ ਨੂੰ ਪਛਾਣ ਥੱਲੇ ਹੀ ਬਹੁ ਗਿਣਤੀਆਂ ਦਾ ਇਹ ਜਿਹੜੇ ਕੇਂਦਰੀਕਰਨ ਤੇ ਰਾਸ਼ਟਰਵਾਦ ਹੈ, ਇਹਦੇ ਥੱਲੇ ਬਹੁ ਗਿਣਤੀਆਂ ਦਾ ਹੀ ਵਿਸਤਾਰ ਹੁੰਦਾ ਹੈ। ਤੇ ਪਰ ਜਿਹੜਾ ਦੂਸਰੇ ਪਾਸੇ ਫੈਡਰਲਿਜ਼ਮ ਹੈ, ਫੈਡਰਲਿਜ਼ਮ ਕੀ ਆ? ਫੈਡਰਲਿਜ਼ਮ ਹੈਗਾ ਕਿ ਇਸ ਦੇ ਉਲਟ ਸਭ ਨੂੰ ਬਰਾਬਰ ਦਾ ਮੌਕਾ, ਨਸਲ, ਧਰਮ, ਰੰਗ ਤੇ ਭਾਸ਼ਾ ਜਿਹੀਆਂ ਵਿਲੱਖਣਤਾਵਾਂ ਨੂੰ ਮਾਨਣ, ਵਧਣ, ਫੁੱਲਣ ਤੇ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣ ਦੀ ਇਜਾਜ਼ਤ ਦਿੰਦਾ ਹੈ। ਇਹ ਉਹ ਬਾਗ ਹੈ ਜਿਸ ਵਿੱਚ ਮਹਿਕ ਰਹੇ ਭਿੰਨ ਭਿੰਨ ਤਰ੍ਹਾਂ ਦੇ ਜਿਹੜੇ ਫੁੱਲ ਨੇ। ਇਹ ਤੁਸੀਂ ਵੇਖ ਰਹੇ, ਮੈਂ ਬਾਗ ਦੀ ਫੋਟੋ ਲਾਈ, ਇਹੀ ਫੈਡਰਲਿਜ਼ਮ ਹੈ। ਜੇ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਇਹਦਾ ਐਗਜ਼ਾਮਪਲ ਦਈਏ, ਇਹ ਘੱਟ ਗਿਣਤੀਆਂ ਨੂੰ ਪਛਾਣ, ਇਤਿਹਾਸ, ਭਾਸ਼ਾਵਾਂ, ਕੁਦਰਤੀ ਸਰੋਤ, ਸਿਧਾਂਤ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰਦਾ। ਇਸ ਤੋਂ ਵੀ ਵੱਧ ਇਸ ਨੂੰ ਵਧਣ ਫੁੱਲਣ ਵਿੱਚ ਸਹਾਇਤਾ ਕਰਦਾ ਹੈ। ਸੰਘਵਾਦ ਦੀ ਕਿਤਾਬੀ ਪਰਿਭਾਸ਼ਾ ਅਨੁਸਾਰ ਇਹ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਦੀਆਂ ਸ਼ਕਤੀਆਂ ਨੂੰ ਵੰਡ ਕਰਕੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਦਾ ਹੈ। ਹੁਣ ਅਗਲੀ ਐਗਜ਼ਾਮਪਲ ਮੈਂ ਦੇ ਰਿਹਾ, ਅਮਰੀਕਾ ਦੇ ਵਿੱਚ ਇਹ ਫੈਡਰਲਿਜ਼ਮ ਜਾਂ ਸੰਘਵਾਦ ਇਹ ਲਾਗੂ ਹੈ।
ਅਮਰੀਕਾ ਵਿੱਚ ਫੈਡਰਲਿਜ਼ਮ ਦੇ ਵਿੱਚ ਜਿਹੜੀ ਕੇਂਦਰ ਦੇ ਮਹਿਕਮੇ ਨੇ ਉਹ ਜਿਵੇਂ ਮਿਲਟਰੀ ਆ, ਯੁੱਧ ਲਾਉਣਾ, ਕੋਈ ਪੇਟੈਂਟ ਕਰਨਾ, ਡਿਫੈਂਸ ਦੇ ਵਿਦੇਸ਼ੀ ਮਹਿਕਮੇ, ਇਹ ਸਾਰੇ ਫੈਡਰਲਿਜ਼ਮ ਕੇਂਦਰ ਦੀ ਸਰਕਾਰ ਕੋਲੇ ਆ। ਰਾਜਾਂ ਕੋਲੇ ਲੋਕਲ ਗਵਰਨਮੈਂਟ ਜਿਵੇਂ MC ਬਣਾਉਣੀ, ਸਰਪੰਚਾਂ ਦੀ ਜਿਹੜੀ ਵੀ ਉਹਦੇ ਬਾਰੇ ਜਿਵੇਂ ਭਾਰਤ ਦੇ ਸਰਪੰਚ ਹੁੰਦੇ ਆ, ਐਜੂਕੇਸ਼ਨ ਸਿਸਟਮ ਕਰਨਾ ਜਾਂ ਹੋਰ ਉਹਨਾਂ ਦੇ ਜਿੱਥੇ ਜਦੋਂ ਘੱਟ ਗਿਣਤੀਆਂ ਦੇ ਸੱਭਿਆਚਾਰ, ਧਰਮ, ਬੋਲੀ ਨੂੰ ਜਿਵੇਂ ਵੀ ਬਚਾਇਆ ਜਾ ਸਕਦਾ, ਉਹ ਸਾਰਾ ਕੁਝ ਸਟੇਟ ਦੇ ਅੰਡਰ ਹੁੰਦਾ ਹੈ। ਅਤੇ ਦੋਨਾਂ ਦੇ ਕੋਈ ਸਾਂਝੇ ਵੀ ਹੈਗੇ ਨੇ ਜਿਹਦੇ ਵਿੱਚ ਉਹ ਸ਼ੇਅਰ ਪਾਵਰ ਵੀ ਕਰਦੇ ਨੇ। ਸੋ ਫੈਡਰਲਿਜ਼ਮ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਲਾਗੂ ਹੈ। ਅਤੇ ਇਹਦਾ ਜਦੋਂ ਕਹਿੰਦੇ ਨੇ ਕਿ ਲਾਗੂ ਕਾਹਤੋਂ ਕੀਤਾ, ਉਹਦੇ ਉਹਨਾਂ ਨੇ 3 ਪੁਆਇੰਟ ਦਿੱਤੇ। ਇਹ ਪਹਿਲਾਂ ਕਿਹਾ ਕਿ ਜ਼ੁਲਮ ਤੋਂ ਬਚਣ ਵਾਸਤੇ। ਜ਼ੁਲਮ ਕੀ ਹੈ? ਪਹਿਲੀ ਗੱਲ ਇਹ, ਹੁਣ ਗੋਲੀ ਨਾਲ ਜ਼ੁਲਮ ਨਹੀਂ ਹੁੰਦਾ, ਹੁਣ ਸਿਰਫ ਐਜੂਕੇਸ਼ਨ ਨਾਲ ਜਾਂ ਹੋਰ ਸਾਧਨਾਂ ਨਾਲ ਹੁੰਦਾ ਹੈ। ਜਿਵੇਂ ਐਜੂਕੇਸ਼ਨ ਦਾ ਹੋਰ ਪ੍ਰਬੰਧਾਂ ਰਾਹੀਂ ਘੱਟ ਗਿਣਤੀ ਕਬੀਲਿਆਂ ਦੇ ਸਿਧਾਂਤ ਵਿਲੱਖਣਤਾ ਇਹ ਕਹਿ ਕੇ ਖ਼ਤਮ ਕਰਦੇ ਨੇ ਕਿ ਇਹ ਏਕੇ ਲਈ ਖਤਰਾ ਹੈ, ਇਹ ਘੱਟ ਗਿਣਤੀਆਂ ਨਾਲ ਜ਼ੁਲਮ ਹੈ। ਉਸ ਖਿੱਤੇ ਦੇ ਨੇਚਰਲ ਰਿਸੋਰਸਿਸ ਜਿਵੇਂ ਪੰਜਾਬ ਦਾ ਪਾਣੀ ਖੋਹਣਾ ਜ਼ੁਲਮ ਹੈ। ਇਸ ਤੋਂ ਬਚਣ ਲਈ ਅਮਰੀਕਾ ਨੇ ਫੈਡਰਲ ਢਾਂਚਾ ਲੈ ਕੇ ਆਂਦਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਅਲੱਗ-ਅਲੱਗ ਵਿਭਾਗ ਵੰਡੇ। ਜਿਹੜੇ ਬਹੁਤ ਜ਼ਿਆਦਾ ਘੱਟ ਗਿਣਤੀ ਵਿੱਚ ਪੁਰਾਣੇ ਕਬੀਲੇ ਹਨ, ਉਹਨਾਂ ਲਈ ਖੇਤਰ ਸੁਰੱਖਿਅਤ ਕੀਤੇ। ਅੱਜ ਜਿਵੇਂ ਮੈਂ ਨਕਸ਼ਾ ਵਿਖਾਇਆ, ਇਹਦੇ 'ਚ ਜਿਹੜੇ ਨੀਲੇ ਡਾਟਸ ਨੇ ਇਹ ਉਹਨਾਂ ਵਾਸਤੇ ਅੱਡੋ-ਅੱਡ ਕਬੀਲਿਆਂ ਨੂੰ ਸੁਰੱਖਿਅਤ ਥਾਵਾਂ ਨੇ, ਜਿੱਥੇ ਉਹ ਆਪਦਾ ਧਰਮ, ਆਪਦੀ ਪਰੰਪਰਾਵਾਂ, ਭਾਸ਼ਾ ਸਾਰਿਆਂ ਨੂੰ ਸੁਰੱਖਿਅਤ ਰੱਖ ਸਕਦੇ ਨੇ। ਉਹਨੂੰ ਤੇ ਵਧਾ ਪ੍ਰਫੁੱਲਿਤ ਸਭ ਕੁਛ ਉਹਨਾਂ ਦੇ ਅੰਡਰ ਹੁੰਦਾ ਉਹਦੇ ਵਿੱਚ। ਇਹ ਸਾਨੂੰ ਸਿੱਖਾਂ ਦਾ ਉਸ ਰਾਜ ਦੀ ਗੱਲ ਕਰਦਾ ਜਿਹੜੀ ਅਸੀਂ ਖੁਦਮੁਖਤਿਆਰ ਰਾਜ ਇੱਕ ਮੰਗਿਆ ਸੀਗਾ। ਇਹ ਬਿਲਕੁਲ ਉਸੇ ਦੀ ਡਿਟੋ ਕਾਪੀ ਆ। ਇਹਦੇ ਵਿੱਚ ਆਪਾਂ ਇਹ ਕੈਨੇਡਾ ਦੇ ਵਿੱਚ ਵੀ ਈਵਨ ਕਿ ਉੱਥੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਆ, ਉਹਦੇ ਵਿੱਚ ਵੀ ਜਿਹੜੇ ਛੋਟੇ ਕਬੀਲੇ ਆ ਉਹਨਾਂ ਦੇ ਵਾਸਤੇ ਕਾਨੂੰਨ ਬਣੇ ਹੋਏ ਨੇ। ਜਿਵੇਂ ਇੰਡੀਅਨ ਐਕਟ ਹੈ, ਇਹਦੇ ਵਿੱਚ ਜਿਹੜੇ ਕਬੀਲਿਆਂ ਵਾਸਤੇ ਥਾਂ ਛੱਡਿਆ ਗਿਆ, ਉਹਦੇ ਵਿੱਚ ਕੋਈ ਵੀ ਹੋਰ ਥਾਂ ਆ ਕੇ ਉਹਦੇ ਤੋਂ ਕੋਈ ਖਰੀਦ ਨਹੀਂ ਸਕਦਾ। ਉਹ ਉਹਨਾਂ ਦੇ ਅੰਡਰ ਰਹੂਗਾ। ਉਹਨਾਂ ਦੇ ਸਾਰੇ ਜਿਹੜੇ ਸੁਰੱਖਿਅਤ ਕੀਤੇ ਹੋਏ ਨੇ। ਹੁਣ ਜੇ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿੱਚ 1900 ਪਹਿਲਾ ਇੱਕ ਨਕਸ਼ਾ ਹੈ 1947 ਦਾ, ਅਤੇ ਦੂਸਰਾ ਹੈਗਾ 220 ਜਿਹੜਾ ਅੱਜ ਦਾ ਹੈਗਾ। 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ, ਉਹਦੇ ਵਿੱਚ 16 ਦੇ ਕਰੀਬ ਇੱਕ ਪ੍ਰਿੰਸਸ ਸਟੇਟ ਸਨ। ਇਸ ਲਈ ਪਹਿਲਾਂ ਫੈਡਰਲ ਢਾਂਚਾ ਅਪਣਾਇਆ ਗਿਆ ਰਾਸ਼ਟਰ ਦੀ ਹੋਂਦ ਦੇ ਹੋਂਦ ਨੂੰ ਬਚਾਉਣ ਵਾਸਤੇ, ਪਰ ਸੰਵਿਧਾਨ ਵਿੱਚ ਪੂਰੀ ਤਰ੍ਹਾਂ ਸੰਘੀ ਰਾਜਨੀਤਿਕ ਪ੍ਰਣਾਲੀ ਨੂੰ ਬਣਾਉਣ ਤੋਂ ਗੁਰੇਜ਼ ਕੀਤਾ ਗਿਆ। ਕਾਰਨ ਇਹ ਦੱਸਿਆ ਗਿਆ ਕਿ ਇਸ ਨਾਲ ਵੱਖਵਾਦੀ ਰੁਝਾਨ ਵਧਣਗੇ। ਸਿੱਖਾਂ ਨਾਲ ਪਹਿਲਾਂ ਇੱਕ ਆਜ਼ਾਦ ਖਿੱਤੇ ਦਾ ਵਾਅਦਾ ਕਰਕੇ ਮੁਕਰਨਾ ਇਸੇ ਬੇਈਮਾਨੀ ਵਿੱਚੋਂ ਨਿਕਲਿਆ ਹੈ। ਸਿੱਖਾਂ ਨੂੰ ਇੱਕ ਖਤਰੇ ਵਜੋਂ ਸ਼ੁਰੂ ਤੋਂ ਵੇਖ ਕੇ ਉਸ ਨੂੰ ਸਾਮ, ਦਾਮ, ਦੰਡ ਭੇਦ ਦੇ ਚਾਣਕਿਆ ਨੀਤੀਆਂ ਅਤੇ ਹੋਰ ਕਈ ਵਸੀਲਿਆਂ ਨਾਲ ਨੱਪਿਆ ਜਾਂਦਾ ਰਿਹਾ ਹੈ। ਹੁਣ ਇਸ ਤੋਂ ਅੱਗੇ ਤੁਸੀਂ ਇੱਕ ਐਗਜ਼ਾਮਪਲ ਮੈਂ ਦਿੰਦਾ, ਪੈਪਸੂ ਸਟੇਟ ਦੀ। ਪੈਪਸੂ ਸਟੇਟ ਤੁਸੀਂ ਸਾਰਿਆਂ ਨੇ, ਜਿਵੇਂ ਪਟਿਆਲੇ ਦੇ ਰਾਜੇ ਦੀ ਇੱਕ ਸਟੇਟ ਹੁੰਦੀ ਸੀਗੀ ਪਹਿਲਾਂ, ਇਹਦੇ ਵਿੱਚ ਪਟਿਆਲਾ, ਨਾਭਾ, ਜਿੰਦ, ਫਰੀਦਕੋਟ, ਇਹ ਜਿਹੜੇ ਅੱਡੋ-ਅੱਡ ਰਿਆਸਤਾਂ ਨੂੰ ਰਲਾ ਕੇ ਇੱਕ ਬਣਾਇਆ ਗਿਆ ਸੀ। ਇਹਨੂੰ ਬਾਅਦ ਵਿੱਚ 1948 'ਚ ਜਦੋਂ ਵੱਲਭ ਭਾਈ ਪਟੇਲ ਨੇ ਹਜੇ ਸੰਵਿਧਾਨ ਬਣਾਇਆ ਵੀ ਨਹੀਂ ਸੀ, ਉਸ ਤੋਂ ਪਹਿਲਾਂ ਹੀ ਇਹਨੂੰ ਖਤਮ ਕਰਤਾ ਸੀਗਾ। ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਡਿਫੈਂਸ, ਫੋਰਨ ਰਿਲੇਸ਼ਨ ਅਤੇ ਕਰੰਸੀ ਅਤੇ ਕਮਿਊਨੀਕੇਸ਼ਨ ਦਾ ਮਹਿਕਮਾ ਸੀਗਾ, ਇਹ ਕੇਂਦਰ ਸਰਕਾਰ ਦੇ ਕੋਲੇ ਸੀ। ਬਾਕੀ ਜਿਹੜੇ ਸਰਕਾਰ ਦੇ ਹੋਰ ਸੀਗੇ ਉਹ ਪੈਪਸੂ ਦੀ ਜਿਹੜੇ ਖੇਤੀ ਦਾ ਕਰਨਾ, ਪਾਣੀ ਦਾ, ਅਤੇ ਉਹਨਾਂ ਦੇ ਆਪ ਦੇ ਜਿਹੜੇ ਅੰਦਰਲੇ ਜਿੰਨੇ ਵੀ ਮਹਿਕਮੇ ਸਨ ਉਹ ਕੇਂਦਰ ਦੇ ਜਾਂ ਪੈਪਸੂ ਦੀ ਸਰਕਾਰ ਦੇ ਕੋਲੇ ਹੁੰਦੇ ਸਨ। ਪਰ ਇਹ 1948 ਦੇ ਵਿੱਚ ਇਹ ਪਟੇਲ ਨੇ, ਹਜੇ ਸੰਵਿਧਾਨ ਲਾਗੂ ਨਹੀਂ ਸੀ ਹੋਇਆ, ਉਦੋਂ ਪਹਿਲਾਂ ਭੰਨਤੀ ਸੀਗੀ ਇਹ। ਹੁਣ ਜੇ ਤੁਸੀਂ ਵੇਖੋ, ਇਸੇ ਕੰਮਾਂ ਕਰਕੇ ਕਿ ਉਸਨੇ ਸਾਰੇ ਜਿੰਨਾ ਰਾਜ ਪ੍ਰਿੰਸਸ ਸਟੇਟਾਂ ਖਤਮ ਕਰਤੀਆਂ, ਸਾਰਾ ਕੁਛ ਖਤਮ ਕਰਤਾ ਸੀਗਾ। ਸੰਘਵਾਦ ਦਾ ਗਲਾ ਘੁੱਟ ਦਿੱਤਾ ਸੀ ਉੱਥੇ, ਅਤੇ ਬਣਨ ਤੋਂ ਪਹਿਲਾਂ ਹੀ। ਉਦੋਂ ਇਸੇ ਕਰਕੇ, ਜੇ ਤੁਸੀਂ ਫੋਟੋਆਂ 2 ਚੀਜ਼ਾਂ ਦੱਸਦੀਆਂ, ਪਟੇਲ ਨੇ ਸੰਵਿਧਾਨ ਬਣਾਉਣ ਤੋਂ ਪਹਿਲਾਂ ਕਈ ਰਾਜ ਸਾਮ, ਦਾਮ, ਦੰਡ ਭੇਦ ਦੀ ਰਾਜਨੀਤੀ ਨਾਲ ਖਤਮ ਕਰ ਦਿੱਤੇ ਸਨ। ਇਸੇ ਕਰਕੇ ਵੱਲਭ ਭਾਈ ਪਟੇਲ ਦਾ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ ਇੱਕ ਬਹੁਤ ਵੱਡਾ ਬੁੱਤ BJP RSS ਨੇ ਬਣਵਾਇਆ, ਕਿਉਂਕਿ ਕਾਂਗਰਸ ਅਤੇ ਭਗਤ ਸਿੰਘ ਦੇ ਜਿਹੜੇ ਕਾਮਰੇਡ ਦਾ ਜਿਹੜਾ ਨੈਸ਼ਨਲਿਜ਼ਮ ਹੈ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਦੇਸ਼, ਇੱਕ ਭਾਸ਼ਾ। ਹੁਣ ਦੱਸੋ, ਹੁਣ ਆਪਾਂ ਗੱਲ ਵੀ ਕਰੀਏ ਕਿ ਭਾਸ਼ਾ ਕਿਹਦੀ ਲਾਗੂ ਹੋਊਗੀ, ਉਹ ਹਿੰਦੂਆਂ ਦੀ ਹੋਊਗੀ, ਹਿੰਦੀ ਭਾਸ਼ਾ ਲਾਗੂ ਹੋਊਗੀ, ਕਿਉਂਕਿ ਉਹ ਬਹੁਤ ਗਿਣਤੀ 'ਚ ਨੇ। ਇਹ RSS ਦਾ ਜਿਹੜਾ ਹਿੰਦੂ ਰਾਸ਼ਟਰ ਦਾ ਜਿਹੜਾ ਹੈਗਾ ਵਾ, ਜਿਹੜਾ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਰਹੇ, ਉਹਨਾਂ ਨੇ ਵੀ ਹਿੰਦੂ ਲਾਗੂ ਕਰਨੀ ਹੈ, ਅਤੇ ਉਹ ਰਾਸ਼ਟਰਵਾਦ ਦੇ ਥਰੂ ਵੀ ਉਹੀ ਹੋਣੀ ਹੈ।
ਸੋ ਭਾਰਤ ਦਾ ਜਿਹੜਾ ਨੈਸ਼ਨਲਿਜ਼ਮ ਵੀ ਹਿੰਦੂ ਰਾਸ਼ਟਰ ਦੇ ਦਰਵਾਜ਼ੇ ਖੋਲ੍ਹਦਾ ਹੈ। ਹੁਣ ਜਿਨਾਹ ਜਿਹੜਾ ਸੀਗਾ, ਜਿਨਾਹ 20 ਸਾਲ ਤੱਕ ਕਾਂਗਰਸ ਵਿੱਚ ਰਹਿ ਕੇ ਇਹਨਾਂ ਨੂੰ ਪੁੱਛਦਾ ਰਿਹਾ ਕਿ ਘੱਟ ਗਿਣਤੀਆਂ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਲਈ ਕਿਹੋ ਜਿਹੀ ਵਿਵਸਥਾ ਲਾਗੂ ਕਰੋਗੇ। ਜਦੋਂ ਜਵਾਬ ਨਹੀਂ ਮਿਲਿਆ ਤਾਂ ਉਹਨੇ ਕਾਂਗਰਸ ਛੱਡ ਕੇ 1940 ਦੇ ਵਿੱਚ ਉਹ ਟੂ ਨੇਸ਼ਨ ਵਾਲੇ ਪਾਸੇ ਚਲਾ ਗਿਆ। ਉਸ ਨੂੰ ਬੇਈਮਾਨੀ ਦੀ ਬੋ ਆ ਗਈ ਨਾ ਐਕਚੁਅਲੀ ਉਹਨੂੰ। ਤੇ ਭਾਰਤ ਵਿੱਚ ਘੱਟ ਗਿਣਤੀਆਂ ਦੀ ਦੁਰਦਸ਼ਾ ਉਸ ਦੀ ਟੂ ਨੇਸ਼ਨ ਥਿਊਰੀ ਨੂੰ ਸਹੀ ਠਹਿਰਾਉਂਦੀਆਂ ਹਨ। ਹੁਣ ਜੇਕਰ ਸਿੱਖਾਂ ਦੀ ਗੱਲ ਕਰ ਲਈਏ ਆਪਾਂ, ਆਜ਼ਾਦ ਖਿੱਤੇ ਦੇ ਵਾਅਦੇ ਤੋਂ ਮੁਕਰਨ ਦੇ ਰੋਸ ਵਜੋਂ ਸਿੱਖਾਂ ਨੇ ਸੰਵਿਧਾਨ ਤੇ ਸਾਈਨ ਨਹੀਂ ਕੀਤੇ। ਰੋਸ ਪ੍ਰਦਰਸ਼ਨ ਕਰਨ ਲਈ ਪਟੇਲ ਕੋਲੇ ਗਏ। ਉਹਨੇ ਕਿਹਾ ਕਿ ਆਪਕੀ ਗਾੜੀ ਛੂਟ ਗਈ ਹੈ। ਨਹਿਰੂ ਕਹਿੰਦਾ ਦਾ ਟਾਈਮ ਹੈਵ ਪਾਸਡ। ਅੰਬੇਦਕਰ ਜੀ ਕੋਲੇ ਗਏ, ਉਹ ਕਹਿੰਦੇ ਕਿ ਹੁਣ ਇਹਨਾਂ ਨੇ ਤੁਹਾਨੂੰ ਜਵਾਬ ਹੈ, ਨਹਿਰੂ ਤੇ ਪਟੇਲ ਨੇ ਦਿੱਤਾ, ਹੁਣ ਤੁਹਾਨੂੰ ਖਿੱਤਾ ਤਾਂ ਮਿਲਣਾ ਨਹੀਂਗਾ, ਹੁਣ ਐਂ ਕਰੋ ਤੁਸੀਂ ਭਾਸ਼ਾ ਦੇ ਆਧਾਰ ਤੇ ਆਪਦੇ ਆਪ, ਹੁਣ ਕਾਨੂੰਨ ਬਣਨ ਲੱਗਿਆ ਕਿ ਭਾਸ਼ਾ ਦੇ ਆਧਾਰ ਤੇ ਸਾਰਾ ਕੁਝ ਸੂਬੇ ਬਣਨੇ ਆ ਤੇ ਤੁਸੀਂ ਆਪਦੀ ਪੰਜਾਬੀ ਭਾਸ਼ਾ ਦਾ ਮੰਗ ਰੱਖੋ। ਤੇ ਪਰ ਸਿੱਖਾਂ ਨੂੰ ਉਹ ਵੀ ਨਹੀਂ ਮਿਲੀ, ਕਿਉਂਕਿ ਉਹਦੇ 'ਚੋਂ ਬੋ ਆਉਂਦੀ ਸੀ, ਖਤਰਾ ਆਉਂਦਾ ਸੀਗਾ ਕਿ ਸਿੱਖ ਫਿਰ ਬਹੁਤ ਗਿਣਤੀ 'ਚ ਉੱਥੇ ਹੋ ਜਾਣਗੇ। ਤੇ ਇਹਨਾਂ ਨੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ। ਤੇ 20 ਸਾਲ ਦੇ ਮੋਰਚਿਆਂ ਦੇ ਬਾਅਦ 1966 ਵਿੱਚ ਪੰਜਾਬ ਬਣਿਆ ਤਾਂ MP ਦੀ ਗਿਣਤੀ ਕਹਿ ਲਓ ਜਾਂ ਪਾਵਰ ਘੱਟ ਕਰਨ ਲਈ ਪੰਜਾਬੀ ਬੋਲਦੇ ਇਲਾਕੇ ਗੰਗਾ ਨਗਰ ਤੇ ਕਈ ਹੋਰ ਪੰਜਾਬ ਤੋਂ ਬਾਹਰ ਕਰ ਦਿੱਤੇ। ਇਸ ਸਿੱਖਾਂ ਨੂੰ ਖਤਮ ਕਰਨ ਦਾ ਇੱਕ ਹੋਰ ਹਥਿਆਰ ਸੀ। ਮੈਂ ਨਾਲ ਦੀ ਨਾਲ ਕਈਆਂ ਦੇ ਭਾਸ਼ਣ, ਜਾਂ ਜਿਵੇਂ ਹੁਣ ਮੈਂ ਆਨਰੇਬਲ ਪੀਟਰ ਜੀ ਕਿੰਗ ਨੇ ਜਿਹੜੇ US ਦੀ ਸੈਨੇਟ ਦੇ ਵਿੱਚ ਭਾਸ਼ਣ ਦਿੱਤਾ, ਮੈਂ ਉਹਦੀ ਗੱਲ ਕੀਤੀ ਆ ਕਿ ਗਾਂਧੀ ਤੇ ਨਹਿਰੂ ਨੇ ਵਾਅਦੇ ਕੀਤੇ, ਫਿਰ ਮੁੱਕਰੇ। ਉਸ ਤੋਂ ਬਾਅਦ ਸਿੱਖਾਂ ਨੇ ਇਸੇ ਦੇ ਸੋਗ ਦੇ ਵਿੱਚ ਅੱਜ ਤੱਕ ਕਿਸੇ ਨੇ ਵੀ ਕਾਂਗਰਸ ਦੇ ਆਪਦੇ ਕਨਸਟੀਟਿਊਸ਼ਨ ਦੇ ਉੱਤੇ ਸਾਈਨ ਨਹੀਂ ਕੀਤੇ। ਮੈਂ ਨਾਲ ਦੀ ਨਾਲ ਸਾਰਿਆਂ ਦੇ ਜਿਹੋ ਜਿਹਾ ਵੀ ਜਿਹੜਾ ਗੱਲ ਮੈਂ ਕਹਿਣਾ, ਇੱਕ ਤਾਂ ਇੱਕ ਵੈਬਸਾਈਟ ਉਹਦੀ ਥੱਲੇ ਦੇ ਰਿਹਾ ਮੈਂ ਕਿ ਕਿੱਥੋਂ ਮੈਂ ਉਹ ਲਈ ਆ, ਤੇ ਇੱਕ ਮੈਂ ਉਹਦਾ ਨਾਮ ਰਾਈਟਰਸ ਦਾ ਤੇ ਜਿਹਦੇ ਸ਼ਬਦ ਨੇ ਮੈਂ ਨਾਲ ਦੀ ਨਾਲ ਦੇ ਰਿਹਾ ਵਾਂ। ਜਿਹਨੇ ਕਿ ਪੜ੍ਹਨਾ ਹੋਵੇ ਤੇ ਇਸ ਤੋਂ ਅੱਗੇ ਪੜ੍ਹ ਸਕਦਾ ਆ। 1947 ਤੋਂ ਲੈ ਕੇ ਜਦੋਂ ਅਨੰਦਪੁਰ ਸਾਹਿਬ ਆਪਣਾ 1970 ਤੱਕ ਆ ਜਾਓ ਤੁਸੀਂ। ਹੁਣ ਸਿੱਖ ਗੁਰੂ ਦੀ ਬਖਸ਼ੀਸ਼ ਥੱਲੇ ਹਨ, ਸਿੱਖ ਗੁਰੂ ਦੀ ਬਖਸ਼ੀਸ਼ ਥੱਲੇ ਰਾਜ ਭਾਸ਼ਾ ਦੇ ਆਧਾਰਿਤ ਰਾਜ ਮਤਲਬ ਕਿ ਲੈਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ ਪਹਿਲਾਂ ਲੜੇ। ਤੇ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਉਹਦਾ ਵਿਰੋਧ ਵੀ ਸਿੱਖਾਂ ਨੇ ਕੀਤਾ। ਇੱਥੇ ਸੰਤ ਖਾਲਸਾ ਜੀ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਅਗਵਾਈ ਕਰਕੇ ਸੱਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ। ਬਾਰ ਦੀ ਜਲਾਲਤ ਤੋਂ ਬਾਅਦ ਸਿੱਖਾਂ ਨੇ ਇਸ ਦਾ ਹੱਲ ਇੱਕ ਮਤੇ, ਜਿਸ ਨੂੰ ਸਰਦਾਰ ਕਪੂਰ ਸਿੰਘ ਨੇ ਮਨਾਇਆ ਤੇ ਅਕਾਲੀ ਦਲ ਨੇ ਇਸ ਨੂੰ ਪ੍ਰਵਾਨ ਕੀਤਾ, ਜਿਸ ਨੂੰ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਹਿੰਦੇ ਹਾਂ, ਜੋ ਕਿ ਬਾਅਦ ਵਿੱਚ ਧਰਮ ਯੁੱਧ ਮੋਰਚੇ ਵਿੱਚ ਬਦਲ ਗਿਆ। ਇਹਦੇ ਵਿੱਚ ਇਹਨੂੰ ਹੱਲ ਲੱਭਿਆ ਸਾਰੀਆਂ ਗੱਲਾਂ ਦਾ ਕਿ ਇਹਨੂੰ ਲਾਗੂ ਕਰਵਾਓ ਤੇ ਸਾਡਾ ਹੱਲ ਹੋਊਗਾ, ਨਹੀਂ ਤੇ ਨਹੀਂਗਾ। ਉਹ ਅਨੰਦਪੁਰ ਸਾਹਿਬ ਦਾ ਮਤਾ ਕੀ ਹੈ? ਅਨੰਦਪੁਰ ਸਾਹਿਬ ਦੇ ਮਤੇ ਦੀ ਆਪਾਂ ਮੇਨ ਗੱਲ ਕਰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਕੋਸ਼ਿਸ਼ ਕਰੇਗਾ ਕਿ ਸਾਰੇ ਰਾਜਾਂ ਤੇ ਕੇਂਦਰ ਦੇ ਬਰਾਬਰ ਦੀ ਨੁਮਾਇੰਦਗੀ ਦੇ ਨਾਲ ਅਸਲੀ ਸੰਘੀ ਸਿਧਾਂਤ ਤੇ ਭਾਰਤੀ ਸੰਵਿਧਾਨ ਦੁਬਾਰਾ ਲਾਗੂ ਕੀਤਾ ਜਾਵੇ। ਕਿ ਉਹ ਜਿਹੜਾ ਭਾਰਤੀ ਸੰਵਿਧਾਨ ਜਿਹਦੇ ਵਿੱਚ ਸੰਘੀ ਸਿਸਟਮ ਬਣਾਇਆ ਗਿਆ ਸੀ ਪਹਿਲਾਂ, ਜਿਹਨੂੰ ਵੱਲਭ ਭਾਈ ਪਟੇਲ ਨੇ ਤੋੜਿਆ ਤੇ BJP ਅੱਜ ਉਹਦੇ ਏਡੇ ਵੱਡੇ ਤੋੜਨ ਦੇ ਇਨਾਮ ਵਜੋਂ ਉਹਨੂੰ ਏਡੇ ਵੱਡੇ ਬੁੱਤ ਬਣਾ ਰਹੀ ਹੈ, ਉਹਨੂੰ ਲਾਗੂ ਕਰਵਾਇਆ ਜਾਵੇ। ਉਹਦੇ ਬਿਨਾਂ ਜਿਹੜੀਆਂ ਘੱਟ ਗਿਣਤੀਆਂ ਨੇ ਨਹੀਂ ਬਚਣਾ। ਇਹ ਅਨੰਦਪੁਰ ਸਾਹਿਬ ਦਾ ਮਤਾ ਸਾਰੇ ਰਾਜਾਂ ਲਈ ਹੈ। ਇਹ ਨੈਸ਼ਨਲਿਜ਼ਮ ਦੇ ਅਗੇਂਸਟ, ਜਿਸ ਦੀ ਜਿਨ੍ਹਾਂ ਦੀ ਰਾਸ਼ਟਰਵਾਦੀ ਹਨ, ਜਿੰਨੇ ਵੀ ਰਾਸ਼ਟਰਵਾਦੀ ਹਨ, ਭਾਵੇਂ ਭਗਤ ਸਿੰਘ ਦੇ ਚੇਲੇ ਕਾਮਰੇਡ ਤੇ ਭਾਵੇਂ ਦੋਨੇ ਮੁੱਖ ਪਾਰਟੀਆਂ ਤੇ ਹੁਣ ਨਵਾਂ ਬਣਿਆ ਕਾਰਪੋਰੇਟ ਘਰਾਣਾ ਬਾਦਲ ਪਰਿਵਾਰ, ਸਾਰੇ ਇਸ ਦਾ ਨਾਮ ਨਹੀਂ ਲੈਂਦੇ ਅਤੇ ਨਾਮ ਲੈਣ ਵਾਲਿਆਂ ਨੂੰ ਸਟੇਜ ਤੇ ਬੋਲਣ ਨਹੀਂ ਦਿੰਦੇ। ਇਹ ਮਤਾ ਸੈਂਟਰਲਾਈਜੇਸ਼ਨ ਦੇ ਵਿਰੁੱਧ ਹੈ। ਇਹ ਘੱਟ ਗਿਣਤੀਆਂ ਜਿਵੇਂ ਸਿੱਖ ਜਾਂ ਹੋਰ ਉਹਨਾਂ ਨੂੰ ਵਧਣ ਫੁੱਲਣ, ਆਪਣੀ ਭਾਸ਼ਾ, ਸੱਭਿਆਚਾਰ ਤੇ ਨੈਚੁਰਲ ਰਿਸੋਰਸਿਸ ਜਿਵੇਂ ਪਾਣੀ ਨੂੰ ਸੁਰੱਖਿਅਤ ਕਰਨ ਤੇ ਵਧਣ ਫੁੱਲਣ ਦਿੰਦਾ ਹੈ। ਇਹ ਉਸ ਬਾਗ ਵਾਂਗ ਹੈ ਜਿਸ ਵਿੱਚ ਸਾਰੀ ਤਰ੍ਹਾਂ ਦੇ ਫੁੱਲ ਖਿੜ ਤੇ ਵੱਧ ਫੁੱਲ ਸਕਦੇ ਹਨ। ਇਹ ਫੈਡਰਲਿਜ਼ਮ ਦੀ ਮੰਗ ਕਰਦਾ ਹੈ। ਜਿੱਥੇ ਤੁਸੀਂ ਇਸ ਤੋਂ ਅਗਲੀ ਤੇ ਵੇਖੋ, ਇਹਦੇ ਵਿੱਚ ਵੀ ਇਹੀ ਲਿਖਿਆ, ਕੇਂਦਰ ਲਈ ਸੀਮਿਤ ਸ਼ਕਤੀਆਂ ਦਾ ਆਧਾਰ ਤੇ ਕੇਂਦਰ ਰਾਜ ਸੰਬੰਧਾਂ ਨੂੰ ਦੁਬਾਰਾ ਵਿਚਾਰ ਕੇ ਸਾਰੇ ਰਾਜਾਂ ਨੂੰ ਵਧੇਰੇ ਖੁਦ ਮੁਖਤਿਆਰੀ ਦਿੱਤੀ ਜਾਵੇ। ਇਹਦੇ ਵਿੱਚ ਕਿਤੇ ਵੀ ਇਕੱਲੇ ਪੰਜਾਬ ਦੀ ਗੱਲ ਨਹੀਂ ਕੀਤੀ ਗਈ, ਸਾਰੇ ਰਾਜਾਂ ਦੀ, ਸਭ ਦਾ ਭਲਾ ਮੰਗਦਾ ਸਿੱਖ, ਉਹਦੀ ਪ੍ਰਚੋਲਤਾ ਹੈ। ਸਾਰੇ ਰਾਜਾਂ ਦੇ ਵਾਸਤੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਗਈ ਕਿ ਉਸ ਨੂੰ ਵੱਧ ਤੋਂ ਵੱਧ ਖੁਦ ਮੁਖਤਿਆਰੀ ਦਿੱਤੀ ਜਾਵੇ ਕਿ ਉਹ ਆਪਦੇ ਆਪ ਨੂੰ ਬਚਾ ਸਕਣ, ਆਪਦੇ ਇਤਿਹਾਸ ਨੂੰ, ਆਪਦੇ ਰੀਤੀ ਰਿਵਾਜਾਂ ਨੂੰ,
ਆਪਦੀ ਭਾਸ਼ਾਵਾਂ ਨੂੰ ਬਚਾ ਸਕਣ। ਇਹਦੇ ਵਿੱਚ ਰਾਜਾਂ ਦੀ ਖੁਦਮੁਖਤਿਆਰੀ ਦੀ ਗੱਲ ਹੈ। ਇਹਨੂੰ ਪੜ੍ਹਨਾ ਹੋਵੇ ਤਾਂ ਤੁਸੀਂ ਅੱਜ ਇੱਥੋਂ ਮੈਂ ਲਿਆ, ਇਹ ਤੁਹਾਡੀ ਵੈਬਸਾਈਟ ਥੱਲੇ ਦਿੱਤੀ ਹੋਈ ਹੈ। ਅੱਜ ਦੀ ਸਥਿਤੀ ਇਹ ਹੈ ਕਿ ਅਕਾਲੀ ਦਲ ਜਿਹੜਾ ਅਕਾਲੀ ਦਲ ਹੈ ਅਨੰਦਪੁਰ ਸਾਹਿਬ ਦੇ ਮਤੇ ਨੂੰ ਛੱਡ ਕੇ ਅਡਾਨੀ ਤੇ ਅਦਾਨੀ ਵਾਂਗ ਕਾਰਪੋਰੇਟ ਘਰਾਣਾ ਬਣ ਗਿਆ। ਹੁਣ ਪ੍ਰਕਾਸ਼ ਸਿੰਘ ਬਾਦਲ ਐਜ਼ ਏ ਸੀਐਮ ਨੂੰ 5 ਸਾਲ ਪੂਰੇ ਕਰਨ ਦਿੱਤੇ ਜਾਂਦੇ ਨੇ। ਇਸ ਤੋਂ ਪਹਿਲਾਂ ਇਹਨੂੰ ਕਦੇ ਵੀ ਪੂਰੇ ਨਹੀਂ ਸੀ ਕਰਨ ਦਿੱਤੇ ਜਾਂਦੇ। ਇਹਦੇ ਬਾਬਤ ਕਿਉਂਕਿ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਗੱਲ ਛੱਡਤੀ, ਇਹਨਾਂ ਨੂੰ 5 ਸਾਲ ਪੂਰੇ ਕਰਨ ਦਿੱਤੇ ਜਾਂਦੇ ਨੇ। ਅਤੇ ਬਰਨਾਲੇ ਵਰਗਿਆਂ ਨੂੰ ਰਾਜਪਾਲ ਅਤੇ ਹੋਰ ਗੱਫੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਛੱਡਣ ਦੇ ਇਨਾਮ ਵਜੋਂ ਮਿਲੇ। ਅੱਜ ਕੁਰਸੀ ਛੁੱਟਣ ਤੋਂ ਬਾਅਦ ਸੁਖਬੀਰ ਦਾ ਬਿਆਨ ਫਿਰ ਆਇਆ। ਮੇਰੇ ਖਿਆਲ ਆਪਾਂ ਤਰੀਕ ਦਿੱਤੀ, ਮੈਂ ਅਜੀਤ 'ਚ ਲੱਗਿਆ ਕਿ ਕਦੋਂ ਜਿਹੜਾ ਬਿਆਨ ਇਹਦਾ ਆਇਆ ਕਿ ਸਹੀ ਅਰਥਾਂ ਵਿੱਚ ਅਸਲ ਸੰਘੀ ਮੁਲਕ ਬਣਾਉਣ ਦੇ ਹਮਖਿਆਲੀ ਪਾਰਟੀਆਂ ਨਾਲ ਗੱਲ ਕਰਾਂਗੇ। ਇਹੀ ਮੈਂ ਅਨੰਦਪੁਰ ਸਾਹਿਬ ਦੀ ਪਹਿਲੀ ਲਾਈਨ ਪੜ੍ਹ ਲਓ ਤੁਸੀਂ ਮਤੇ ਦੇ ਵਿੱਚ ਪੜ੍ਹੋ, ਇਹੀ ਲਾਈਨਾਂ ਲਿਖੀਆਂ ਹੋਈਆਂ ਨੇ। ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਕਰਾਂਗੇ ਕਿ ਨੁਮਾਇੰਦੇ ਅਸਲੀ ਸੰਘੀ ਸਿਧਾਂਤ ਅਸੀਂ ਬਣਾਵਾਂਗੇ। ਅਤੇ ਅੱਜ ਤੂੰ ਅਨੰਦਪੁਰ ਸਾਹਿਬ ਦਾ ਬੋਲ ਰਿਹਾ, ਤੂੰ ਸਿੱਧਾ ਕਹੋ ਕਿ ਮੈਂ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਸਾਨੂੰ ਚਾਹੀਦਾ, ਉਹ ਨਹੀਂ ਕਹਿਣਗੇ। ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਗੱਲ ਉਹੀ ਨਹੀਂ, ਪਤਾ ਵਾ ਕਿ ਸਿੱਖਾਂ ਦਾ ਜਿਹੜਾ ਬਚਣਾ ਵਾ ਸਭ ਕੁਛ ਉੱਥੋਂ ਹੀ ਬਚਣਾ, ਪਰ ਗੱਲ ਨਹੀਂ ਕਰਨੀ ਕਿਉਂਕਿ ਫਿਰ ਕਾਰਪੋਰੇਟ ਘਰਾਣੇ ਬਚਣੇ ਕਿਵੇਂ ਆ। ਹੁਣ ਇਹਦੇ ਵਿੱਚੋਂ ਕੁਛ ਤੱਤ ਮੈਂ ਫਿਰ ਲੈ ਰਿਹਾ ਵਾਂ। ਇਹਦੇ ਵਿੱਚੋਂ ਮੈਂ ਇਹਦੇ ਵਿੱਚ ਡਿਫਰੈਂਟ ਜਿਹੜੇ ਰਾਈਟਰ, ਪੋਲੀਟੀਕਲ ਰਾਈਟਰ ਨੇ, ਕੋਈ ਪੋਲੀਟੀਸ਼ੀਅਨ ਨੀਗਾ, ਕਈ ਜਿਹੜੇ ਪੋਲੀਟਿਕਸ ਨੂੰ ਸਮਝਦੇ ਨੇ ਕਿਵੇਂ ਕੰਮ ਕਰਦੀ ਆ, ਉਹਨਾਂ ਦੇ ਵਰਡ ਲਏ ਆ। ਅਤੇ ਆਹ ਥੱਲੇ ਮੈਂ ਦਿੱਤਾ ਹੋਇਆ ਵਾ ਪੂਰਾ ਆਰਟੀਕਲ ਜਿੱਥੋਂ ਲਿਆ। ਇਹ ਤੁਸੀਂ ਜ਼ਰੂਰ ਪੜ੍ਹਿਓ, ਤੁਹਾਡੇ ਪੜ੍ਹਨ ਵਾਲੀ ਗੱਲ ਹੈ। ਇਹਦੇ ਵਿੱਚ ਇਹੀ ਕਿਹਾ ਗਿਆ ਕਿ ਕੋਈ ਸਿੱਖ ਜਿਹੜਾ ਕੁਛ 1970-80 ਦੇ ਵਿੱਚ ਹੋਇਆ, ਕੋਈ ਸਿੱਖ ਜਾਂ ਕੋਈ ਹੋਰ, ਭਾਵੇਂ ਉਹ ਕਸ਼ਮੀਰ, ਅਸਾਮ, ਕਸ਼ਮੀਰ, ਮਿਜ਼ੋਰਮ ਦੇ ਲੋਕ ਵੀ ਹੋਣ, ਭਾਵੇਂ ਉਹ ਪੰਜਾਬ ਹੋਣ, ਉਹ ਲੜੇ, ਹਥਿਆਰ ਚੱਕੇ ਉਹਨਾਂ ਨੇ ਸਾਰਿਆਂ ਨੇ ਆਪਦੀ ਥਾਂ 'ਤੇ। ਉਹਨਾਂ ਦਾ ਕਸੂਰ ਨਹੀਂ ਗਾ। ਇਹ ਕੇਂਦਰੀਕਰਨ ਜਦੋਂ ਸਰਕਾਰ ਕਰ ਰਹੀ ਸੀਗੀ ਖੇਤਰੀ, ਉਹਦੇ ਕਰਕੇ ਹੋਇਆ। ਇਸ ਨਾਲ ਕੇਂਦਰ ਸਰਕਾਰ ਵਿਰੁੱਧ ਵੱਖ-ਵੱਖ ਹਲਕਿਆਂ ਵਿੱਚ ਖੇਤਰੀ ਭਾਵਨਾਵਾਂ ਸਾਹਮਣੇ ਆਈਆਂ ਜੋ ਸ਼ਕਤੀਸ਼ਾਲੀ ਅਤੇ ਹਿੰਸਕ ਅੰਦੋਲਨਾਂ ਵਿੱਚ ਬਦਲੀਆਂ। ਇਹਦੇ ਵਿੱਚ ਜਿਹੜੀ ਮੇਨ ਗੱਲ, ਜਿਹੜਾ ਮੇਨ ਪੁਆਇੰਟ ਆਉਂਦਾ ਕਿ ਰਾਸ਼ਟਰਪਤੀ ਸ਼ਾਸਨ ਜਦੋਂ ਜੀ ਕਰਦਾ ਸੀ ਲਾ ਦਿੱਤਾ ਜਾਂਦਾ ਸੀ। ਜਿਹੜੀਆਂ ਛੋਟੀਆਂ ਰਾਜ ਸੀਗੇ ਉਹਨਾਂ ਦੀ ਖੁਦਮੁਖਤਿਆਰੀ ਇਹਨਾਂ ਨੇ ਘਟਾਈ ਅਤੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਪਾਰਟੀ ਨੇ ਜਿਹੜਾ ਕੇਂਦਰੀਕਰਨ ਦੇ 2 ਤਰੀਕਿਆਂ ਨਾਲ ਭਾਰਤ ਦੀ ਸੰਘੀ ਗਤੀਸ਼ੀਲਤਾ ਉੱਤੇ ਪ੍ਰਭਾਵ ਪਾਇਆ। ਕਾਂਗਰਸ ਦੇ ਰਾਜਨੀਤਿਕ ਦਰ ਦਾ ਘਟਨਾ ਅਤੇ ਖੇਤਰੀ ਖੁਦਮੁਖਤਿਆਰੀ ਉੱਤੇ ਕਬਜ਼ਾ ਕਰ ਲਿਆ। ਇਹ ਮੁੱਖ ਕਾਰਨ ਸਨ ਜਿੱਥੇ ਸਿੱਖ ਲੜੀ। ਸਿੱਖਾਂ ਦਾ ਆਪਦਾ, ਸਿੱਖਾਂ ਨੇ ਵੇਖਿਆ ਕਿ ਅਸੀਂ ਕਦੋਂ ਕੁ ਤੱਕ ਮਤਲਬ ਕਿ ਆਪ ਥੱਲੇ ਜਾ ਸਕਦੇ ਹਾਂ, ਕਿੰਨਾ ਕੁ ਥੱਲੇ ਡਿੱਗ ਸਕਦੇ ਹਾਂ। ਅਖੀਰ 'ਤੇ ਇਹ ਜਿਹੜੀ ਮੂਵਮੈਂਟ ਇਹ ਸ਼ੁਰੂ ਹੁੰਦੀ ਹੈ। ਇਹਦੇ ਬਾਬਤੋਂ ਇਹਦੇ ਵਿੱਚ ਹੁਣ ਤੁਸੀਂ ਬਾਦਲ ਪਰਿਵਾਰ ਜਿਹੜਾ ਹੈ ਇਹ ਅੱਜ ਵੀ ਉਹਨਾਂ ਨੂੰ ਸੰਤਾਂ ਨੂੰ ਕਹਿ ਰਿਹਾ, ਪਰ ਜਿਹੜੇ ਲੋਕ ਨੇ ਨਿਊਟਰਲ ਲੋਕ, ਜਿਹੜੇ ਨਿਊਟਰਲ ਲਿਖਦੇ ਨੇ, ਉਹਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਇਹਦੀ ਜ਼ਿੰਮੇਵਾਰ ਪਾਇਆ, ਇਹ ਕਿਹਾ ਗਿਆ ਵਾ। ਅਤੇ ਖੇਤਰੀ ਖੁਦਮੁਖਤਿਆਰੀ ਨੂੰ ਘਟਾਉਣਾ, ਉਹਦੇ ਉੱਤੇ ਕਬਜ਼ਾ ਕਰਨਾ। ਹੁਣ ਜਿਹੜੀ ਕਾਂਗਰਸ ਤੇ ਭਾਜਪਾ ਦਾ ਇੱਕੋ ਇੱਕ ਨਿਸ਼ਾਨਾ ਕੇਂਦਰੀਕਰਨ ਅਤੇ ਰਾਸ਼ਟਰਵਾਦ ਦੁਆਰਾ ਹਿੰਦੂ ਧਰਮ ਦੇ ਵਰਨ ਵੰਡ ਦੇ ਪਹਿਲੇ 3 ਅੰਗਾਂ ਨੂੰ ਮਜ਼ਬੂਤ ਕਰਨਾ। ਅਤੇ ਉਹਦੇ ਵਿੱਚ ਉਹ ਬਹੁਤ ਸਫਲ ਵੀ ਹੋਏ। ਮੈਂ ਤੁਹਾਨੂੰ ਅੱਗੇ ਦੱਸਦਾ ਸਾਰਾ ਕਿਵੇਂ। ਅਤੇ ਵਰਨ ਵੰਡ ਦੀਆਂ ਪਹਿਲੀਆਂ 3 ਸ਼੍ਰੇਣੀਆਂ ਬ੍ਰਾਹਮਣ, ਛਤਰੀ ਅਤੇ ਵੈਸ਼ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਤੇ ਭਾਜਪਾ ਨੇ ਕੰਮ ਕਰਨ ਵਿੱਚ ਫਰਕ ਹੈ, ਥੋੜ੍ਹਾ ਜਿਹਾ ਫਰਕ ਹੈ ਇਹਨਾਂ 'ਚ। ਇੱਕ ਝਟਕਾ ਮਾਰਦਾ ਵਾ ਜਿਹੜਾ ਭਾਜਪਾ ਵਾਲੇ, ਅਤੇ ਦੂਸਰੇ ਹਲਾਲ ਕਰਦੇ ਨੇ ਘੱਟ ਗਿਣਤੀਆਂ ਨੂੰ, ਜਿਹੜੀਆਂ ਉਹਨਾਂ ਦੀਆਂ ਵਿਭਿੰਨਤਾਵਾਂ ਉਹਨਾਂ ਨੂੰ ਖਤਮ ਕਰਨ ਵਾਸਤੇ। ਕੰਮ ਇੱਕੋ ਹੀ ਕਰਦੇ ਨੇ, ਉਹਨਾਂ ਨੂੰ ਵੀ ਮਜ਼ਬੂਤ ਕਰਨਾ, ਪਰ ਇੱਕ ਝਟਕੇ ਵਾਂਗੂ ਕੰਮ ਕਰਦਾ, ਇੱਕ ਹਲਾਲ। ਇਹਨਾਂ ਦੇ ਕੰਮ ਕਰਨ ਦਾ ਇਹੀ ਢੰਗ ਆ। ਅਤੇ ਜਿਹੜੇ ਕਾਮਰੇਡਾਂ ਦਾ ਸੰਤਾਂ ਦੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਵਿਰੋਧ ਕਰਨ ਦਾ ਆਪਣਾ ਕਾਰਨ ਹੈ। 1960-70 ਦੇ ਵਿੱਚ ਨਕਸਲੀ ਲਹਿਰ ਚੱਲੀ ਤਾਂ ਕਾਮਰੇਡਾਂ ਨੇ ਪੰਜਾਬ ਵਿੱਚ ਲਾਲ ਝੰਡੇ ਦੀ ਸਰਕਾਰ ਦਾ ਸੁਪਨਾ ਵੇਖਿਆ, ਪਰ ਸੰਤਾਂ ਨੇ ਸਿੱਖ ਨੌਜਵਾਨਾਂ ਨੂੰ ਵਾਪਸ ਸਿੱਖੀ ਵਿੱਚ ਲੈ ਕੇ ਆਂਦਾ ਅਤੇ ਇਹਨਾਂ ਨੂੰ ਗੇਟ ਰੈਲੀਆਂ ਦੀ ਔਕਾਤ ਤੱਕ ਪਹੁੰਚਾ ਦਿੱਤਾ। ਸੋ ਕਾਮਰੇਡਾਂ ਨੇ ਸੰਤਾਂ ਵਿਰੁੱਧ ਰਾਜ ਨਾਲ ਗਠਜੋੜ ਕੀਤਾ ਅਤੇ ਲੇਖਕਾਂ ਅਤੇ ਪ੍ਰੈਸ ਰਿਪੋਰਟਰ ਜਿਵੇਂ ਜਤਿੰਦਰ ਪੰਨੂ ਵਰਗਿਆਂ ਨੇ ਬਹੁਤ ਅਫਵਾਹਾਂ ਫੈਲਾਈਆਂ ਅਤੇ ਖੜਕੂ ਲਹਿਰ ਨੂੰ ਖਤਮ ਹੋਣ ਤੱਕ ਪੁਲਿਸ ਦੇ ਟੌਟ ਬਣ ਕੇ ਕੰਮ ਕੀਤਾ। ਸੋ ਇਸ ਤੋਂ ਅੱਗੇ ਵੇਖ ਲਓ ਜਿਹੜੇ ਬੰਦਿਆਂ ਨੇ ਕੀਤਾ। ਸਵਾਮੀ ਸੁਬਰਾਮਣੀਅਮ ਦੀ ਕੱਲ੍ਹ ਇਹ 5 ਤਰੀਕ ਦੀ ਆ ਇਹ ਬਿਆਨ ਕਿ ਅਸੀਂ ਸਿੱਖਾਂ ਨਾਲ ਬਹੁਤ ਅੱਜ ਤੱਕ ਧੱਕਾ ਕੀਤਾ ਆ, ਕਿ ਉਸ ਜਿਹੜਾ ਹੁਣ ਹੋ ਰਿਹਾ ਵਾ ਅੰਦੋਲਨ, ਕਿਸਾਨ ਅੰਦੋਲਨ, ਕਹਿੰਦਾ ਅਸੀਂ ਸਿੱਖਾਂ ਨੂੰ ਉਸ ਤੋਂ ਵੀ ਦੂਰ ਕਰੀ ਜਾਂਦੇ ਹਾਂ। ਬੀਜੇਪੀ ਦੀਆਂ ਉਹ ਕਹਿੰਦਾ 13 ਸੀਟਾਂ ਦਾ ਸਾਨੂੰ ਕੋਈ ਫਰਕ ਨਹੀਂ, ਪਰ ਇਹ ਆ ਕਿ ਅਸੀਂ ਭਾਰਤ ਦੇ ਵਿੱਚੋਂ
ਸਿੱਖਾਂ ਨੂੰ ਨਾ ਗਵਾ ਲਈਏ। ਉਹ ਜਿਹੜੇ ਮੰਨ ਕਹਿੰਦੇ ਆ, ਉਹ ਜਿਨ੍ਹਾਂ ਨੇ ਕੀਤਾ ਉਹ ਮੰਨਦੇ ਆ ਕਿ ਹੋਇਆ ਸਿੱਖਾਂ ਦੇ ਨਾਲ ਬਹੁਤ ਵੱਡਾ ਦੁਰਵਿਵਹਾਰ, ਬਾਰ-ਬਾਰ ਅਸੀਂ ਕੀਤਾ। ਪਰ ਜਿਹੜੇ ਸਾਡੇ ਜਿਹੜੇ ਪੱਗਾਂ ਵਾਲੇ ਆਗੂ ਆ, ਜਿਨ੍ਹਾਂ ਨੇ ਸੈਂਟਰ ਤੋਂ ਜਾ ਕੇ ਆਪਦੀਆਂ ਵਜ਼ੀਰੀਆਂ ਲੈਣੀਆਂ ਵਾ ਅਤੇ ਜਾਂ ਆਪਦੇ ਕਾਰਪੋਰੇਟ ਦੇ ਕੰਮ ਕਰਾਉਣੇ ਆ, ਉਹ ਸਿੱਖਾਂ ਨੂੰ ਹੀ ਬਾਰ-ਬਾਰ ਦੁਸ਼ਮਣ ਦੱਸਦੇ ਨੇ। ਹੁਣ ਇਹਦੇ 'ਚ ਆਪਾਂ ਗੱਲ ਕਰਨੀ ਹੈ ਕਿ ਕੀ ਭਾਰਤ ਦੇ ਵਿੱਚ ਆਪਾਂ ਸੰਘੀ ਰਾਜ ਬਣ ਸਕਦਾ, ਜਾਂ ਜਿਹੋ ਜਿਹਾ ਅੱਜ ਕੱਲ੍ਹ ਹਾਲਾਤ ਨੇ ਕਿ ਕਿਵੇਂ ਸਿਸਟਮ, ਆਪਾਂ ਕਿਸ ਹਿਸਾਬ ਦਾ ਸਿਸਟਮ ਹੈ ਇਹ, ਉਹਦੇ ਵਾਸਤੇ ਕੀ ਕਰਨਾ ਪਊਗਾ ਜੇ ਸੰਘੀ ਰਾਜ ਬਣਾਉਣਾ ਵੀ ਹੈ। ਤੇ ਹੁਣ ਆਪਾਂ ਪਹਿਲੀ ਗੱਲ, ਆਪਾਂ ਹੁਣ ਆਖਰੀ ਪੜਾਅ 'ਚ ਆ ਗਏ ਹਾਂ ਅਤੇ ਇਹਦੇ ਬਾਅਦ ਆਪਾਂ ਕਨਕਲੂਡ ਕਰ ਦੇਣਾ। 80% ਹਿੰਦੂ ਆ ਜੀ, ਉਹਨਾਂ ਦਾ ਸੋਸ਼ਲ ਸਟਰਕਚਰ ਸਾਰੇ ਭਾਰਤ ਦੀ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ। ਸ਼ੂਦਰ ਅੱਜ ਵੀ ਗੁਲਾਮ ਹੈ। ਪਹਿਲੇ ਤਿੰਨੇ ਆ ਜਿਹੜੇ ਉਹ ਦਿਨੋਂ ਦਿਨ ਮਜ਼ਬੂਤ ਹੋ ਰਹੇ ਨੇ ਕੇਂਦਰੀਕਰਨ ਅਤੇ ਰਾਸ਼ਟਰਵਾਦ ਦੇ ਪਰਛਾਵੇਂ ਥੱਲੇ। ਇਹਦੇ ਵਿੱਚ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਜਾਂ ਇਹਦਾ ਫੈਕਟ ਵਜੋਂ ਦੇਣ ਲੱਗਿਆ ਕਿ ਆਹ ਬੁੱਕ ਹੈ ਹਾਊ ਸੈਕੂਲਰ ਇਜ਼ ਇੰਡੀਅਨ ਪੋਲੀਟਿਕਸ। ਇਹ ਨਜ਼ਰੁਲ ਇਸਲਾਮ ਨੇ ਲਿਖੀ ਆ। ਇਹਦੇ 'ਚ ਇੱਕ ਨਾ ਮੰਡਲ ਕਮਿਸ਼ਨ ਦੀ ਰਿਪੋਰਟ ਇਹਨੇ ਇਹਦੇ ਵਿੱਚ ਦਿੱਤੀ ਹੋਈ ਆ। ਮੰਡਲ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ ਕਿ ਜਿਵੇਂ ਵਰਨ ਹਿੰਦੂ ਆ, ਜਿਵੇਂ ਬ੍ਰਾਹਮਣ, ਕਸ਼ਤਰੀ ਅਤੇ ਵੈਸ਼ 15% ਆ ਭਾਰਤ ਦੇ ਵਿੱਚ ਇਸ ਟਾਈਮ, ਅਤੇ ਸ਼ੂਦਰ ਅਤੇ ਹੋਰ ਧਰਮਾਂ ਉਹ 85% ਆ। ਪਰ ਇਹਨਾਂ ਦੇ ਵੇਖੋ ਜਿੰਨੇ ਰਿਸੋਰਸਿਸ ਆ ਭਾਰਤ ਦੇ ਵਿੱਚ, ਜਿੰਨੇ ਵੀ ਸਾਡੇ ਕੋਲ ਹੈਗੇ ਨੇ, ਉਹਦੇ ਵਿੱਚ ਲੈਂਡ ਵੇਖ ਲਓ, ਧਰਤੀ 92% ਇਹਨਾਂ, 15% ਲੋਕਾਂ ਕੋਲ ਹੈ। ਬਿਜ਼ਨਸ ਹੈ 94% ਇਹਨਾਂ ਲੋਕਾਂ ਕੋਲ ਹੈ। ਪੋਲੀਟਿਕਸ 66%, 66% ਘੱਟ ਇਸੇ ਕਰਕੇ ਹੋ ਗਈ ਕਿਉਂਕਿ ਰਿਜ਼ਰਵੇਸ਼ਨ ਦੀ ਨੀਤੀ ਉਹਦੇ 'ਚ ਲਾਗੂ ਹੋ ਗਈ। ਗਵਰਨਮੈਂਟ ਸਰਵਿਸਿਸ ਆ 87% ਆ। ਇਹ 15% ਲੋਕਾਂ ਦਾ ਹੀ ਇਹਦੇ ਉੱਤੇ ਸਾਰੇ ਉੱਤੇ ਕਬਜ਼ਾ ਆ। ਇਹ ਜਿਹੜੇ ਵਰਨ ਹਿੰਦੂ ਹੈ ਇਹ ਹੀ ਦੇਸ਼ ਨੂੰ ਸਾਰੇ ਨੂੰ ਚਲਾ ਰਹੇ ਨੇ। ਇਹ ਵਰਨ ਹਿੰਦੂ ਹੀ ਸਾਰੀਆਂ ਪਾਰਟੀਆਂ ਜਿਵੇਂ ਭਾਜਪਾ, ਕਾਂਗਰਸ ਅਤੇ ਆਪ ਦੇ ਮੁਖੀ ਨੇ ਅਤੇ ਹੋਰ ਵੱਡੇ ਅਹੁਦੇਦਾਰ ਨੇ। ਇਹ ਹੀ ਕਾਰਪੋਰੇਟ ਅਦਾਰੇ ਹਨ, ਇਹ ਹੀ ਇੰਡਸਟਰੀਅਲਿਸਟ ਅਤੇ ਵੱਡੇ ਬਿਊਰੋਕਰਾਟ ਹਨ। ਇਹਨਾਂ ਨੂੰ ਹੀ 75 ਤੋਂ 80 ਸਾਲ ਜਿੰਨੇ ਹੋ ਗਏ ਉਹਦੇ ਵਿੱਚ ਮਜ਼ਬੂਤ ਕੀਤਾ ਗਿਆ। ਜੋ ਵੀ ਇਸ ਦੇ ਵਿਰੁੱਧ ਹੋਇਆ, ਇਸ ਨੂੰ ਟੈਰਰਿਸਟ, ਦੇਸ਼ ਵਿਰੋਧੀ ਦੀ ਉਪਾਧੀ ਦਿੱਤੀ। ਫੈਡਰਲਿਜ਼ਮ ਦਾ ਭੋਗ ਪਾ ਕੇ ਸੈਂਟਰਲਾਈਜੇਸ਼ਨ ਅਤੇ ਨੈਸ਼ਨਲਾਈਜ਼ਮ ਲੈ ਕੇ ਆਏ। ਅਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਲੈਣਾ ਵੀ ਪਾਪ ਬਣਾ ਦਿੱਤਾ। ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨ ਲਈ ਸਰਕਾਰ ਅਤੇ ਉਸ ਦੇ ਟੁੱਕੜਬਾਜ਼ਾਂ ਨੂੰ ਪੂਰੀ ਵਾਹ ਲਾ ਦਿੱਤੀ। ਜਿਵੇਂ ਕਿ ਅੱਜ ਕੱਲ੍ਹ ਇੱਕ ਨਿਊਜ਼ੀਲੈਂਡ ਵਾਲਾ ਵੀ ਉੱਠਿਆ ਹੋਇਆ ਨੇਕੀ ਸੰਤਾਂ ਦੇ ਵਿਰੁੱਧ ਬੋਲਣ ਨੂੰ, ਅਤੇ ਉਹਦਾ ਹੁਣ ਸੱਚ ਪਤਾ ਲੱਗ ਹੀ ਗਿਆ ਸਿੱਖਾਂ ਨੂੰ, ਕਿਉਂਕਿ ਉਹ ਕਿਸਾਨਾਂ ਦੇ ਵਿਰੁੱਧ ਕੀ ਕੁਛ ਬੋਲ ਰਿਹਾ। ਕਹਿੰਦਾ ਮੋਦੀ ਸਾਹਿਬ ਫਿਕਰ ਨਾ ਕਰਿਓ, ਮੈਂ ਤੁਹਾਡੇ ਨਾਲ ਹਾਂ, ਤੁਸੀਂ ਫਿਕਰ ਨਾ ਕਰੋ ਕਿਸਾਨਾਂ ਦੀ। ਇਹ ਹੁਣ ਪਰ ਸੱਚ ਹਮੇਸ਼ਾ ਸੱਚ ਹੁੰਦਾ। ਅਤੇ ਇਹ ਹੁਣ ਜਿਹੜੇ ਇਹਦੇ ਮਗਰ ਲੱਗ ਕੇ ਸੰਤ ਅਤੇ ਹੋਰ ਸਿੱਖਾਂ ਨੂੰ ਜਾਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਗਲਤ ਕਹਿਣ ਵਾਲੇ ਜਿਹੜੇ ਸਿੱਖ ਕਿਸਾਨਾਂ ਦੇ ਜਿਹੜੇ ਪੁੱਤ ਹੈ, ਉਹ ਤਾਂ ਹੁਣ ਅੰਦਰੋਂ ਅੰਦਰ ਆਪਦੇ ਆਪ ਨੂੰ ਠੱਗੇ ਮਹਿਸੂਸ ਕਰਦੇ ਹੋਣਗੇ ਕਿ ਇਹਦੇ ਬੰਦੇ ਦੇ ਮਗਰ ਲੱਗੇ ਅਤੇ ਅੱਜ ਕੱਲ੍ਹ ਇਹ ਤਾਂ ਸਾਨੂੰ ਛੱਡ ਕੇ ਤੇ ਮੋਦੀ ਵੱਲ ਹੋ ਗਿਆ। ਪਰ ਉਹ ਹੈ ਹੀ ਉੱਥੋਂ ਦਾ ਸੀਗਾ, ਤਾਂ ਉਹ ਤਾਂ ਸੰਤਾਂ ਦਾ ਵਿਰੋਧ ਕਰ ਰਿਹਾ। ਹੁਣ ਆਪਾਂ ਵੇਖੀਏ ਕਿ ਜਿਹੜੇ ਸੰਤਾਂ ਦੇ ਦੋਖੀ ਬੰਦੇ ਆ, ਉਹਨਾਂ ਨੂੰ ਆਪਾਂ ਇੱਕ ਕੁਐਸਚਨ ਮੈਂ ਪੁੱਛਦਾ ਵਾਂ ਕਿ ਤੁਸੀਂ ਦੱਸੋ ਕਿ ਜਿਹੜੇ ਜਾਂ ਅਨੰਦਪੁਰ ਸਾਹਿਬ ਦੇ ਵਿਰੋਧੀ ਨੇ ਇਹ ਲੋਕ, ਉਹ ਦੱਸਣ ਕਿ 36 ਸਾਲਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਦੇ ਮਗਰੋਂ ਕਿਹੜੇ ਏਰੀਏ ਦੇ ਵਿੱਚ ਇਹਨਾਂ ਨੇ ਬਹੁਤ ਤਰੱਕੀ ਕਰ ਲਈ ਕਿ ਪਹਿਲਾਂ ਉਹ ਬਈ ਜੀ ਉਹ ਰੁਕਾਵਟ ਸੀਗਾ, ਹੁਣ 36 ਸਾਲ ਹੋ ਗਏ ਅਤੇ ਅਸੀਂ ਬਹੁਤ ਤਰੱਕੀ ਕਰ ਲਈ। ਖੇਤੀ ਖੇਤਰ ਆ ਉਹ ਕਿਸਾਨ ਖੁਦਕੁਸ਼ੀਆਂ ਤੱਕ ਆ ਗਿਆ। ਉਦਯੋਗ ਆ ਉਹ ਬੱਦੀ ਚਲੇ ਗਏ। ਉਹ ਉਦਯੋਗ ਤੁਹਾਡਾ ਟੋਟਲੀ ਖਤਮ ਕਰਤਾ, ਕੋਈ ਉਦਯੋਗ ਨਹੀਂ ਗਾ ਤੁਹਾਡੇ ਕੋਲ, ਸਾਰਾ ਬੱਦੀ ਹਿਮਾਚਲ ਵਾਲੀ ਸਾਈਡ ਲੈ ਗਏ ਉਹ। ਪਾਣੀ ਆ ਤੁਸੀਂ ਮਾਰੂਥਲ ਬਣ ਚੁੱਕਾ ਤੁਹਾਡਾ, ਪਾਣੀ ਨਹੀਂ ਤੁਸੀਂ ਰੋਕ ਸਕਦੇ, ਨਾ ਹੀ ਤੁਸੀਂ ਰੋਕਣਾ। ਅਗਲੀ ਲੜਾਈ ਤੁਹਾਡੀ ਪਾਣੀ ਵਾਸਤੇ ਹੋਣੀ ਆ ਸੈਂਟਰ ਦੇ ਨਾਲ। ਆਰਥਿਕਤਾ ਜਿਵੇਂ ਹੋ ਗਈ ਆ, ਨੌਜਵਾਨ ਹੁਣ ਵਿਦੇਸ਼ ਭੱਜ ਰਹੇ ਆ, ਆਰਥਿਕਤਾ ਟੋਟਲੀ ਖਤਮ ਹੈ। ਸਮਾਜਿਕ ਜੀਵਨ ਆ ਉਹ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ। ਧਰਮ ਦੇ ਵਿੱਚ SGPC ਨੇ ਜਿਹੜਾ ਹੈਗਾ, ਬਾਦਲਾਂ ਨੇ SGPC ਦੇ ਥਰੂ ਤਾਂ ਉਹ ਸਿੱਖਾਂ ਨੂੰ ਵੇਚਤਾ ਸੈਂਟਰ ਦੇ ਕੋਲੇ। ਅਸੀਂ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਤਰੱਕੀ ਨਹੀਂ ਕੀਤੀ, ਥੱਲੇ ਤੋਂ ਥੱਲੇ ਗਏ ਹਾਂ। ਤਾਂ ਫਿਰ ਇਹਦਾ ਵਿਰੋਧ ਕਰਨ ਵਾਲੇ ਸਾਨੂੰ ਪਲੀਜ਼ ਇਹ ਦੱਸਣ ਕਿ ਇਹਨਾਂ ਦਾ ਕਿਹੜੇ ਖੇਤਰ 'ਚ ਤੁਸੀਂ ਤਰੱਕੀ ਕੀਤੀ। ਜੇ ਤਾਂ ਹੋਵੋ ਕਿ ਬਈ ਉਹ ਗਲਤ ਸੀ, ਅਨੰਦਪੁਰ ਸਾਹਿਬ ਦਾ ਗਤਾ ਦੇ ਲੜੇ, ਧਰਮ ਯੁੱਧ ਮੋਰਚਾ ਲੱਗਿਆ, ਉਹ ਗਲਤ ਸੀ, ਅਸੀਂ ਬਹੁਤ ਤਰੱਕੀਆਂ ਕੀਤੀਆਂ, ਇਹਦੇ ਬਾਰੇ ਪਲੀਜ਼ ਦੱਸਿਓ ਜੀ। ਹੁਣ ਆਪਾਂ ਕਨਕਲੂਜਨ ਦੇ ਵਿੱਚ ਕੀ ਕਰਨਾ, ਲਾਸਟ ਹੁਣ ਸਲਾਈਡਾਂ ਰਹਿ ਗਈਆਂ ਇੱਕ ਅੱਧੀ। 1947 ਤੋਂ 1970 ਦੀਆਂ ਸਥਿਤੀਆਂ ਵਿੱਚ ਆਪਣੇ ਆਪ ਨੂੰ ਜਿਹੜਾ ਖੜਾ ਕੇ ਤਾਂ ਵੇਖ ਲਓ। ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣ ਕੇ ਸੋਚਿਓ ਕਿ ਇਹ ਜੀਵਨ ਬਗੈਰਤੀ ਭਰਿਆ ਨਹੀਂ ਸੀ। ਸਾਰੇ ਪਾਸਿਓਂ, ਭਾਵੇਂ ਰਾਜਨੀਤਿਕ ਹੋਵੇ, ਭਾਵੇਂ ਅਦਾਲਤਾਂ ਹੋਣ, ਸਾਰੇ ਪਾਸਿਓਂ ਸਿੱਖਾਂ ਨੂੰ ਲੱਤਾਂ ਥੱਲੋਂ ਦੀ ਨਿਕਲਣ ਲਈ ਮਜਬੂਰ ਕੀਤਾ ਜਾਂਦਾ ਸੀ। ਉਸ ਸਮੇਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਕ ਚੁਕਾਰ ਅਜ ਹਮਾ ਹਿਲ ਤੇ ਦਰਗੁਦਸ਼ ਹਲਾਲ ਅਸਤ ਬਰਦਨ ਬਸ਼ਮ ਸ਼ੀਰਗਸਤ, ਉਹਦੇ ਸਿਧਾਂਤ ਦੇ ਵਿੱਚੋਂ ਫਿਰ ਅਖੀਰ 'ਤੇ ਉਹਨਾਂ ਦਾ ਹੱਥ ਜਦੋਂ ਥੱਲੇ ਬਗੈਰਤੀ ਤੱਕ ਆ ਗਈ ਗੱਲ,
ਉਦੋਂ ਫਿਰ ਉਹਨਾਂ ਦਾ ਹੱਥ ਜਿਹੜਾ ਕਿਰਪਾਨ ਦੇ ਮੁੱਠੇ ਤੇ ਗਿਆ। ਫੈਡਰਲਿਜ਼ਮ ਦੇ ਉੱਤੇ ਆਧਾਰਿਤ ਅਨੰਦਪੁਰ ਸਾਹਿਬ ਦਾ ਮਤਾ ਜਿਸ ਦੀ ਪ੍ਰਾਪਤੀ ਦਾ ਸੰਘਰਸ਼ ਬਾਅਦ ਵਿੱਚ ਧਰਮ ਯੁੱਧ ਮੋਰਚਾ ਬਣਿਆ ਹੀ ਸਿੱਖਾਂ ਦਾ ਤੇ ਹੋਰ ਘੱਟ ਗਿਣਤੀਆਂ ਦੀ ਹਿਫਾਜ਼ਤ ਕਰੂਗਾ, ਨਹੀਂ ਤੇ ਨਹੀਂ ਤਾਂ ਭਰਪੂਰ ਸਿੰਘ ਜੀ ਪੱਤਰਕਾਰ ਦੀ ਭਵਿੱਖਬਾਣੀ ਕਿ ਸਿੱਖਾਂ ਦੇ ਬੱਚੇ ਇਸ ਪਿੰਜਰੇ ਵਿੱਚ ਤੜਪ ਕੇ ਮਰਨਗੇ ਸੱਚੀ ਸਾਬਤ ਹੋਊ ਤੇ ਹੋ ਵੀ ਰਹੀ ਹੈ। ਜੋ ਪ੍ਰਸ਼ਨ ਜਿਸ ਤੋਂ ਮੈਂ ਆਪਣੀ ਪ੍ਰੈਜੈਂਟੇਸ਼ਨ ਸ਼ੁਰੂ ਕੀਤੀ ਸੀਗੀ ਕਿ ਸਰਦਾਰ ਕਪੂਰ ਸਿੰਘ ਜੀ ਨੇ ਕੀਤਾ, ਉਹ ਨੌਜਵਾਨਾਂ ਦੇ ਸਾਹਮਣੇ ਅੱਜ ਫਿਰ ਆ ਕੇ ਖੜ ਗਿਆ। ਨੌਜਵਾਨ ਇਹਦਾ ਹੱਲ ਲੱਭਣ, ਨਹੀਂ ਤੇ ਇਹ ਸੋਚ ਲੈਣ ਕਿ ਇਹਨਾਂ ਦੇ ਅਗਲੇ ਬੱਚੇ ਵੀ ਇਸੇ ਸਵਾਲ ਦਾ ਕਿਤੇ ਨਾ ਕਿਤੇ ਜਾ ਕੇ ਸਾਹਮਣਾ ਕਰਨਗੇ। ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।